ਰੀਸੈਂਟਲੀ ਇੱਕ ਹਜ਼ੂਰੇ ਪਾਕ ਸੱਲੱਲਾਹੁ ਅਲੈहि ਵਸੱਲਮ ਬਾਰੇ ਐਡੀ ਬੜੀ ਮੰਦਭਾਗੀ ਗੱਲ ਬੋਲੀ ਗਈ ਹੈ, ਉਹਦੇ ਵਾਸਤੇ ਸਾਡੇ ਮਾਲੇਰਕੋਟਲਾ ਦੇ ਮੌਜੂਦਾ ਐਮਐਲਏ ਨੇ ਆਵਾਜ਼ ਨਹੀਂ ਚੱਕੀ ਜਿਹੜਾ ਮੁਸਲਿਮ ਸੀਗਾ, ਤੇ ਬਾਕੀ ਕੀ ਕਰਨਗੇ ਸਾਡੇ ਵਾਸਤੇ। ਵਿੱਚ ਵੀ ਤਾਂ ਦੇਖੋ ਨਾ, ਜਿਹੜਾ ਪਿਛਲੇ ਵੀ ਹਰ ਵਾਰ ਉਰੇ ਮੁਸਲਮਾਨ ਹੀ ਜਿੱਤਦਾ ਹੈ, ਉਹਨਾਂ ਦੇ ਵਿੱਚੋਂ ਕਿਹੜਾ ਉਹਨਾਂ ਦਾ ਇੱਕ ਵੀ ਸ਼ਬਦ ਮੈਨੂੰ ਦਿਖਾ ਦਿਓ ਕਿ ਘੱਟ ਗਿਣਤੀਆਂ ਦੇ ਉੱਪਰ ਜਦੋਂ ਹਮਲੇ ਹੋਏ ਨੇ ਉਹਨਾਂ ਨੇ ਕੋਈ ਇੱਕ ਉਹਨਾਂ ਦੀ ਵੀ ਉਹਨਾਂ ਨੇ ਨਿਊਜ਼ ਦੇ ਵਿੱਚ ਆਪਣੀ ਖਬਰ ਦੇ ਦਿੱਤੀ ਹੋਵੇ ਜਾਂ ਕਿਸੇ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਕਹਿਤਾ ਹੋਵੇ ਮੁਸਲਮਾਨਾਂ ਦੇ ਉੱਪਰ ਇਹ ਹੋਇਆ। ਹੁਣ ਵੀ ਜਿਹੜੇ ਮੌਜੂਦਾ ਨੇ ਉਹਨਾਂ ਤੋਂ ਵੀ ਕੀ ਤਵੱਕੋ ਰੱਖ ਸਕਦੇ ਹਾਂ ਕਿ ਜਦ ਕਿ ਉਹਨਾਂ ਦੇ ਸਾਹਮਣੇ ਵੀ ਦੋ ਤਿੰਨ ज़्यादा बड़ा तो होने कि चलो मुसलमानों के ऊपर हमले हो गए चलो ये छोटी गल हो यार। आप सल्लल्लाहु अलैहि वसल्लम तो ज़्यादा बड़ा तो कोई नहीं है दुनिया के विच, ਉਹਨਾਂ ਦੀ ਜ਼ਿਆਦਾ ਸ਼ਖਸੀਅਤ ਤੋਂ ਜ਼ਿਆਦਾ ਕੋਈ ਬੜੀ ਸ਼ਖਸੀਅਤ ਨਹੀਂ। ਉਹਨਾਂ ਦੇ ਉੱਪਰ ਜਦੋਂ ਐਡਾ ਬੜਾ ਗੰਭੀਰ ਇਲਜ਼ਾਮ ਬੀਜੇਪੀ ਦੀ ਸਰਕਾਰ ਦੇ ਵਿੱਚ ਬੈਠੀ ਹੋਈ ਨੂਰਪੁਰ ਸ਼ਰਮਾ ਔਰ ਨਵੀਨ ਜਿੰਦਲ ਜੈਸੇ ਉਹਨਾਂ ਦੇ ਉੱਪਰ ਕਿਚੜ ਉਛਾਲ ਰਹੇ ਨੇ ਅੱਲਾ ਦੇ ਨਬੀ ਦੀ ਸ਼ਖਸੀਅਤ ਦੇ ਉੱਪਰ, ਜਦੋਂ ਉਹਨਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲ ਸਕਿਆ ਤਾਂ ਫਿਰ ਕੀ ਉਮੀਦ ਕਰਦੇ ਹੋ। ਜਦ ਅਸੀਂ ਅੱਜ ਗੈਰਾਂ ਦੇ ਕੋਲ ਜਾ ਰਹੇ ਹਾਂ, ਅਸੀਂ ਅੱਜ ਸਿਮਰਨਜੀਤ ਸਿੰਘ ਮਾਨ ਦੇ ਉਹਨੂੰ ਵੋਟ ਪਾਉਣ ਦੇ ਲਈ ਕਹਿ ਰਹੇ ਹਾਂ, ਇਹਦਾ ਮਤਲਬ ਹੈ ਤੁਸੀਂ ਇਹ ਸਮਝੋ ਕਿ ਜਿਹੜੇ ਸਾਡੇ ਜਿਤਾ ਕੇ ਭੇਜੇ ਹੋਏ ਨੇ ਉਹ ਸਾਡੀ ਗੱਲ ਨਹੀਂ ਕਰ ਰਹੇ, ਤਾਂ ਅਸੀਂ ਦੂਸਰੇ ਦੀ ਤਰਫ ਜਾ ਰਹੇ ਹਾਂ ਅੱਜ। ਨਹੀਂ ਤਾਂ ਸਾਨੂੰ ਦੂਸਰੀ ਤਰਫ ਜਾਣ ਦੀ ਲੋੜ ਹੀ ਨਾ ਪੈਂਦੀ ਅਗਰ ਸਾਡੇ ਲਈ ਆਵਾਜ਼ ਉਠਾਉਂਦੇ। ਆਪਾਂ ਗੱਲ ਕਰਦੇ ਹਾਂ ਕਿ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਜਿੱਥੇ ਹਰੇਕ ਪਾਰਟੀ ਪੱਬਾਂ ਭਾਰ ਹੋਈ ਹੈ, ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਹੈ ਬੜਿੰਗ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਬੜੇ ਲੀਡਰਸ ਹੈ, ਇਹ ਆਪਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਹੈ, ਉਹ ਵੀ ਮਲੇਰਕੋਟਲਾ ਦੇ ਵਿੱਚ ਇੱਥੇ ਵੋਟਾਂ ਦੀ ਅਪੀਲ ਕਰ ਰਹੇ ਹਨ। ਉਸੇ ਕੜੀ ਦੇ ਵਿੱਚ ਇੱਥੇ ਮਲੇਰਕੋਟਲੇ ਦੀ ਜਨਤਾ ਕੀ ਸੋਚਦੀ ਹੈ, ਮਲੇਰਕੋਟਲੇ ਦੇ ਕੁਝ ਮੁਸਲਿਮ ਨੌਜਵਾਨ ਸਾਡੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਕੀ ਹਵਾ ਹੈ, ਕੀ ਸੋਚਦੇ ਨੇ ਇਹ ਔਰ ਕਿਹਨੂੰ ਕਿਹੜੇ ਕੈਂਡੀਡੇਟ ਨੂੰ ਇਹ ਵੋਟ ਪਾਉਣ ਜਾ ਰਹੇ ਹਨ। ਆਪਾਂ ਗੱਲ ਕਰਦੇ ਹਾਂ, ਨਾਲ ਰੀਜ਼ਨ ਵੀ ਪੁੱਛਾਂਗੇ। ਆਓ ਮਿਲਵਾਉਂਦੇ ਹਾਂ ਕੁਝ ਇੱਕ ਨੌਜਵਾਨ ਸਾਡੇ ਨਾਲ ਨੇ। ਸਰ ਸਭ ਤੋਂ ਪਹਿਲਾਂ ਤੇ ਨਾਮ ਦੱਸੋ ਤੁਹਾਡਾ। ਹਾਂ, ਮੇਰਾ ਨਾਮ ਇਰਫਾਨ ਅਲੀ ਹੈ ਸਰ। ਇਰਫਾਨ ਸਾਹਿਬ, ਜਿਮਨੀ ਚੋਣ ਹੈ ਸੰਗਰੂਰ ਜ਼ਿਲ੍ਹੇ ਦੀ, ਆਪਾਂ ਗੱਲ ਕਰਦੇ ਹਾਂ ਤਾਂ ਕਿਹਨੂੰ ਵੋਟ ਪਾਉਣ ਜਾਓਗੇ ਤਾਂ ਰੀਜ਼ਨ ਦੱਸੋ ਕਿਉਂ। ਜਿਮਨੀ ਚੋਣ ਜਿਹੜੀ ਹੈ ਜੀ ਉਹ ਤੁਹਾਨੂੰ ਪਤਾ ਹੈ ਇੱਥੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪਹਿਲਾਂ ਐਮਪੀ ਸੀ ਜਿਹੜੇ ਉਹ ਭਗਵੰਤ ਮਾਨ ਜੀ ਸੀ, ਤੇ ਬਟ ਉਹ ਸੀਐਮ ਬਣਨ ਦੇ ਕਾਰਨ ਉਸ ਤੋਂ ਬਾਅਦ ਉਹਨਾਂ ਦੀ ਸੀਟ ਜਿਹੜੀ ਉਹ ਖਾਲੀ ਹੋ ਗਈ ਸੀ, ਤੇ ਅਨਾਉਂਸ ਤੋਂ ਬਾਅਦ ਉਹ ਜਿਹੜੀ ਸੀਟ ਦਾ ਐਲਾਨ ਹੋਇਆ ਸੀਗਾ ਉਹਦੇ ਮੁਤਲਕ ਜਿਮਨੀ ਚੋਣ ਜਿਹੜੀ ਹੈ ਉਹ ਹੋਣ ਵਾਲੀ ਹੈ, ਤੇ ਉਹਦੇ ਵਿੱਚ ਜਿੱਤ ਜਿਹੜੀ ਹਾਰ ਹੈ ਇਹ ਰੱਬ ਦੇ ਹੱਥ ਦੇ ਵਿੱਚ ਹੈ। ਲੋਕ ਤੁਸੀਂ ਦੇਖਿਆ ਕਿ ਕੁਝ ਦਿਨ ਪਹਿਲਾਂ ਜਿਹੜੀ ਬੇਅਦਬੀ ਹੋਈ ਹੈ ਨਾ, ਤੇ ਉਹਦੇ ਮੁਤਲਕ ਕੋਈ ਮੁੱਦਾ ਵਗੈਰਾ ਪੋਲੀਟੀਸ਼ੀਅਨ ਕੋਈ ਨਹੀਂ ਉਠਾ ਰਿਹਾ। ਪੋਲੀਟੀਸ਼ੀਅਨ ਨੂੰ ਅਸੀਂ ਇੱਕ ਜਿਤਾ ਕੇ ਪਾਰਲੀਮੈਂਟ 'ਚ ਕਿਉਂ ਭੇਜਦੇ ਹਾਂ ਕਿ ਉਹ ਸਾਡੇ ਜਿਹੜੇ ਮੁੱਦੇ ਨੇ ਉਹਦੀ ਰੱਖਿਆ ਕਰਨ। ਪੰਜਾਬ ਦੇ ਪਹਿਲਾਂ ਵੀ ਐਮਪੀ ਨੇ ਸਰ, ਆਲਰੇਡੀ ਹੁਣ ਹੈ ਮੌਜੂਦਾ ਨੇ, ਤੁਹਾਨੂੰ ਪਤਾ ਸਾਰੀਆਂ ਪਾਰਟੀਆਂ ਦੇ, ਕਿ ਉਹਨਾਂ ਨੇ ਕੋਈ ਮੁੱਦਾ ਉੱਥੇ ਹੁਣ ਦੇ ਮੁਤਲਕ ਜਾਂ ਜ਼ਿਲ੍ਹੇ ਸੰਗਰੂਰ ਦੇ ਲਈ ਕੋਈ ਚੱਕਿਆ ਕਿ ਨਹੀਂ ਚੱਕਿਆ। ਤੇ ਬਟ ਤੁਸੀਂ ਦੇਖਿਆ ਕੁਝ ਦਿਨਾਂ ਤੋਂ ਮਾਹੌਲ ਜਿਹੜਾ ਮਲੇਰਕੋਟਲੇ ਹੈ ਜੀ, ਕਿਸੇ ਪਾਰਟੀ ਦਾ ਮਤਲਬ ਪ੍ਰਧਾਨ ਮਲੇਰਕੋਟਲੇ ਆ ਕੇ ਕੰਪੇਨਿੰਗ ਡੋਰ ਟੂ ਡੋਰ ਕਰ ਰਿਹਾ ਹੈ, ਤੇ ਕਿਸੇ ਪਾਰਟੀ ਦੇ ਇੰਨੇ ਸਾਰੇ ਐਮਐਲਏ ਤੇ ਮੰਤਰੀ ਉਹ ਡੋਰ ਟੂ ਡੋਰ ਕਰ ਰਹੇ ਨੇ, ਤੇ ਕਈ ਪਾਰਟੀਆਂ ਦੇ ਮਤਲਬ ਖੁਦ ਅਹੁਦੇਦਾਰ ਆ ਕੇ ਕਿ ਤੁਸੀਂ ਮੁੱਖ ਜਸਟ ਇਹੀ ਸਮਝ ਲਿਆ ਕਿ ਲੋਕਾਂ ਨੂੰ ਆ ਕੇ ਬਸ ਸਿਰਫ ਕਹਿਣਾ ਕਿ ਵੋਟ ਸਾਨੂੰ ਦਿਓ, ਲੇਕਿਨ ਲੋਕਾਂ ਲਈ ਕੁਛ ਨਾ ਕਰਨਾ। ਇਹ ਬੜੀ ਗਲਤ ਬਾਤ ਹੈ ਜੀ। ਕੋਈ ਵੀ ਪੋਲੀਟੀਸ਼ੀਅਨ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੈ, ਤੇ ਬਟ ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਜੋ ਉਹ ਕਰ ਰਹੇ ਨੇ। ਇਸ ਲਈ ਜਿਹੜੀ ਮਲੇਰਕੋਟਲੇ ਦੇ ਆਵਾਮ ਦੀ ਮੰਗ ਹੈ ਉਹ ਸਿਰਫ ਸਰ ਇਹੀ ਮੰਗ ਹੈ ਕਿ ਦੇਖੋ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਮੁੱਦੇ ਸਿਰਫ ਪਾਰਲੀਮੈਂਟ 'ਚ ਉਹੀ ਚੱਕ ਸਕਦਾ ਹੈ ਜਿਹੜਾ ਮਤਲਬ ਜਿਹੜਾ ਇੱਥੋਂ ਜਿੱਤ ਕੇ ਜਾਏਗਾ। ਬਟ ਜੇਕਰ ਇੱਥੋਂ ਕੋਈ ਇਮਾਨਦਾਰ ਬੰਦਾ, ਨੀਡਰ ਬੰਦਾ, ਬਗੈਰ ਕਿਸੇ ਤੋਂ ਝਿਜਕਣ ਵਾਲਾ, ਪੈਰਾਂ ਦੇ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਨਾ ਪਾਉਣ ਵਾਲਾ ਬੰਦਾ ਅਗਰ ਉਹ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਂਦਾ ਹੈ ਤਾਂ ਯਕੀਨੀ ਬਾਤ ਹੈ ਕਿ ਉਹ ਡਟ ਕੇ ਸਾਡੇ ਹਕੂਕ ਦੀ ਰੱਖਿਆ ਕਰਨ ਦੇ ਵਿੱਚ ਵੀ ਕਾਦਰ ਹੋ ਸਕਦਾ ਹੈ, ਤੇ ਸਾਡੇ ਹਕੂਕਾਂ ਨੂੰ ਉੱਥੇ ਬੁਲੰਦ ਵੀ ਕਰ ਸਕਦਾ ਹੈ। ਜਦੋਂ ਸਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਜਾਏਗੀ ਤਾਂ ਪਾਰਲੀਮੈਂਟ ਨੂੰ ਪਤਾ ਹੋਏਗਾ ਕਿ ਮਲੇਰਕੋਟਲੇ ਦੀ ਕਿਹੜੀ ਸਮੱਸਿਆ ਹੈ। ਐਸਾ ਕਿਹੜਾ ਤੁਹਾਨੂੰ ਕੈਂਡੀਡੇਟ ਲੱਗਦਾ ਉਰੇ? ਕੈਂਡੀਡੇਟ ਅਕਾਲੀ ਦਲ ਤੋਂ ਖੜੇ ਨੇ, ਆਮ ਆਦਮੀ ਪਾਰਟੀ ਤੋਂ ਸਿਮਰਨਜੀਤ ਸਿੰਘ ਮਾਨ ਹੈ, ਬੀਜੇਪੀ ਤੋਂ ਹੈ, ਤੁਹਾਨੂੰ ਕਿਹੜਾ ਕੈਂਡੀਡੇਟ ਲੱਗਦਾ ਜਿਹੜਾ ਤੁਹਾਡੀ ਗੱਲ ਕਰ ਸਕਦਾ? ਹਾਂ ਸਰ, ਜਿੱਦਾਂ ਇਹ ਕੁਐਸਚਨ ਤੁਹਾਨੂੰ ਪੁੱਛ ਕੀਤਾ ਹੈ, ਤੇ ਮੋਸਟਲੀ ਅਸੀਂ ਮਲੇਰਕੋਟਲੇ ਲੋਕ ਜ਼ਿਆਦਾਤਰ ਇਹੀ ਕਹਿੰਦੇ ਹੁੰਦੇ ਹਾਂ ਕਿ ਹਮ ਰੱਬ ਕੇ ਰੱਬ ਹਮਾਰੇ, ਹਮ ਸਭ ਕੇ ਸਭ ਹਮਾਰੇ। ਇਹ ਤੋਂ ਭਾਵ ਹੈ ਕਿ ਸਰ ਜੇ ਕੋਈ ਇਮਾਨਦਾਰ ਬੰਦਾ ਕੋਈ ਵੀ ਹੈ, ਦੇਖੋ ਪਾਰਟੀ ਜਦੋਂ ਬਣਦੀ ਹੈ ਇਹ ਸੋਚ ਕੇ ਨਹੀਂ ਬਣਦੀ ਹੁੰਦੀ ਕਿ ਅਸੀਂ ਗਲਤ ਕਰਾਂਗੇ। ਪਾਰਟੀ ਕੁਛ ਲੋਕ ਆ ਕੇ ਐਸੇ ਹੋ ਜਾਂਦੇ ਨੇ ਜਿਹੜੇ ਪਾਰਟੀ ਨੂੰ ਬਦਨਾਮ ਵੀ ਕਰਦੇ ਨੇ, ਉਹ ਖੁਦ ਦਾਗੀ ਹੁੰਦੇ ਨੇ। ਤੈਅ ਕਰ ਚੁੱਕੇ ਨੇ ਲੋਕ ਕਿ ਅਸੀਂ ਵੋਟ ਪਹਿਲਾਂ ਕਿਹਨੂੰ ਦੇਣੀ ਆ। ਕੰਪੇਨਿੰਗ ਨਾਲ ਕਿਸੇ ਦੇ ਕੁਝ ਨਹੀਂ ਹੋਣ ਲੱਗਿਆ ਜੀ, ਇਸ ਕਰਕੇ ਲੋਕ ਡਿਸਾਈਡਡ ਪਹਿਲਾਂ ਹੀ ਕਰਦੇ ਨੇ ਕਿ ਅਸੀਂ ਵੋਟ ਕਿੱਧਰ ਦੇਣੀ ਹੈ। ਸਾਨੂੰ ਉਮੀਦ ਹੈ ਕਿ ਉਹ ਆਪਣੀ ਵੋਟ ਦੇ ਕੇ ਉਹਨਾਂ ਨੂੰ ਜ਼ਰੂਰ ਕਾਮਯਾਬ ਕਰਨਗੇ। ਸਾਡੇ ਨਾਲ ਹੋਰ ਵੀ ਜੋ ਇੱਥੇ ਕੁਝ ਇੱਕ ਪਰਸਨੈਲਿਟੀਜ਼ ਮੌਜੂਦ ਹੈ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਅਬਦੁਲ ਸਤਾਰ ਪੋਟਰ ਜੋ ਸਮਾਜ ਸੇਵੀ ਹੈ, ਇਹ ਸਾਡੇ ਨਾਲ ਹੈ। ਮੈਂ ਸਰ 2 ਮਿੰਟਾਂ ਦੇ ਵਿੱਚ ਹੀ ਆਨਸਰ ਚਾਹੂੰਗਾ ਤੁਹਾਡੇ ਤੋਂ।
ਉਰੇ ਜੋ ਹੈ ਚੋਣ ਅਖਾੜਾ ਪੂਰਾ ਮਤਲਬ ਆਪਾਂ ਕਹੀਏ ਭਖਿਆ ਹੋਇਆ ਤੇ ਇਹਦੇ ਵਿੱਚ ਤੇ ਹੁਣ ਵੋਟਾਂ ਪਾਉਣੀਆਂ, ਤੁਸੀਂ ਵੋਟਾਂ ਪਾਓਗੇ ਕਿਹਨੂੰ, ਕੀ ਡਿਸਾਈਡ ਕੀਤਾ, ਕੀ ਮਨ ਦੇ ਵਿੱਚ? ਸਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਅਸਲਾਮ ਵਾਲੇਕੁਮ। ਚੋਣ ਜਿਹੜਾ ਜਿਮਨੀ ਚੋਣ ਹੈ ਸੰਗਰੂਰ ਦੀ, ਉਹਦਾ ਜਿਹੜਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ। ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੇ ਆਪਣੇ ਚੋਣ ਨਿਸ਼ਾਨ ਲੈ ਕੇ ਜਿਹੜੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਜਿਵੇਂ ਅਸੀਂ ਕੁਝ ਦਿਨ ਪਹਿਲਾਂ ਦੇਖਿਆ ਕਿ ਰਾਜਾ ਵੜਿੰਗ ਸਾਹਿਬ ਡੋਰ ਟੂ ਡੋਰ ਕੰਪੇਨ ਕਰ ਰਹੇ ਸੀਗੇ ਮਲੇਰਕੋਟਲੇ ਦੇ ਵਿੱਚ, ਔਰ ਸੁਖਬੀਰ ਸਿੰਘ ਬਾਦਲ ਜੀ ਵੀ ਇੱਥੇ ਜਿਹੜੀ ਹੈਗੀ ਆ ਕੰਪੇਨ ਉਹਨਾਂ ਦੀ ਤੇਜ਼ ਕੀਤੀ ਹੋਈ ਹੈ। ਲੇਕਿਨ ਸਾਡੇ ਮਲੇਰਕੋਟਲੇ ਦੇ ਜਿਹੜੇ ਲੋਕ ਨੇ, ਅਗਰ ਉਹਨਾਂ ਦੇ ਵਿੱਚ ਅਸੀਂ ਵਿਚਰਦੇ ਹਾਂ ਚਾਹ ਵਾਲੀਆਂ ਦੁਕਾਨਾਂ ਤੇ, ਰੇਹੜੀਆਂ ਦੇ ਉੱਤੇ ਜਾਂ ਫਿਰ ਕਾਰੋਬਾਰਾਂ ਦੇ ਉੱਤੇ, ਆਮ ਲੋਕਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਇੰਟਰਸਟਡ ਵੀ ਨਹੀਂ ਹੁੰਦੇ ਵੋਟਾਂ ਦੇ ਵਿੱਚ, ਅਗਰ ਉਹਨਾਂ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤਾਂ ਹਰ ਇੱਕ ਇਨਸਾਨ ਦੀ ਜ਼ੁਬਾਨ ਦੇ ਉੱਤੇ ਸਿਰਫ ਇੱਕੋ ਹੀ ਨਾਮ ਹੈ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ, ਖਾਸ ਤੌਰ ਤੇ ਮਲੇਰਕੋਟਲਾ ਸ਼ਹਿਰ ਦੇ ਵਿੱਚ, ਉਹ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ। ਉਹਨਾਂ ਦਾ ਕਾਰਨ ਉਸ ਦਾ ਜਿਹੜਾ ਹੈਗਾ ਉਹ ਇਹ ਹੈ ਕਿ ਸਰਦਾਰ ਮਾਨ ਜੀ ਜਦੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਗਏ ਸੀਗੇ ਉਦੋਂ ਤਾਂ ਸ਼ਾਇਦ ਸਾਨੂੰ ਸੁਰਤ ਵੀ ਨਹੀਂ ਸੀਗੀ, ਲੇਕਿਨ ਸਾਡੇ ਵੱਡੇ ਵਡੇਰੇ ਨੇ ਜਿਹੜੇ ਉਹ ਸਾਨੂੰ ਦੱਸਦੇ ਨੇ ਕਿ ਮਾਨ ਸਾਹਿਬ ਨੇ ਕਿਸ ਤਰ੍ਹਾਂ ਦੀ ਰਹਿਨੁਮਾਈ ਕੀਤੀ ਸੀਗੀ, ਕਿਸ ਤਰ੍ਹਾਂ ਉਹਨਾਂ ਨੇ ਮਲੇਰਕੋਟਲਾ ਨਹੀਂ ਬਲਕਿ ਹਰ ਇੱਕ ਪਿੰਡ ਦੇ ਲਈ, ਹਰ ਇੱਕ ਸ਼ਹਿਰ ਦੇ ਲਈ ਗਰਾਂਟਾਂ ਲੈ ਕੇ ਆਏ ਸੀਗੇ। ਔਰ ਸਭ ਤੋਂ ਬੜੀ ਗੱਲ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਇੱਕੋ ਲੀਡਰ ਨੇ ਜਿਹੜੇ ਹੱਕ ਔਰ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਨੇ, ਚਾਹੇ ਉਹ ਜਿੱਤੇ ਹੋਣ ਚਾਹੇ ਉਹ ਹਾਰੇ ਹੋਣ। ਕੌਮੀ ਯੋਧੇ ਨੇ, ਉਹਨਾਂ ਨੂੰ ਕੌਮੀ ਯੋਧਿਆਂ ਦੇ ਨਾਲ ਬੁਲਾਇਆ ਜਾਂਦਾ ਹੈ। ਹਮੇਸ਼ਾ ਹੀ ਹੱਕ ਔਰ ਸੱਚ ਦੀ ਜਿਹੜੀ ਗੱਲ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ। ਇਸ ਕਰਕੇ ਸਾਡੇ ਮਲੇਰਕੋਟਲਾ ਦੇ ਜਿਹੜੇ ਲੋਕ ਨੇ ਉਹ ਡਿਸਾਈਡ ਕਰ ਚੁੱਕੇ ਨੇ ਕਿ ਇਸ ਵਾਰ ਅਸੀਂ ਆਪਣੀਆਂ ਵੋਟਾਂ ਜਿਹੜੀਆਂ ਨੇ ਮਾਨ ਸਾਹਿਬ ਨੂੰ ਦੇਵਾਂਗੇ ਜੀ। ਆਪਾਂ ਗੱਲ ਕਰ ਰਹੇ ਹਾਂ ਜਿਮਨੀ ਚੋਣ ਸੰਗਰੂਰ ਦੀ ਜੋ 2022 ਦੇ ਵਿੱਚ ਹੈ, ਔਰ ਭਗਵੰਤ ਮਾਨ ਜੀ ਦੇ ਸੀਐਮ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ, ਔਰ ਉਸ ਤੋਂ ਬਾਅਦ ਜਿਮਨੀ ਚੋਣ ਹੋ ਰਹੀ ਹੈ ਐਮਪੀ ਦੇ ਵਾਸਤੇ ਜੋ VOTING ਕਰਨੀ ਹੈ ਡਿਸਟ੍ਰਿਕਟ ਸੰਗਰੂਰ ਦੇ ਜੋ ਲੋਕਾਂ ਨੇ। ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਨੇ, ਆਪਾਂ ਇਹਨਾਂ ਤੋਂ ਵੀ ਪੁੱਛਦੇ ਹਾਂ। ਸਰ ਕੀ ਲੱਗਦਾ ਹੈ, ਮਤਲਬ ਤੁਸੀਂ ਦੇਖ ਰਹੇ ਹੋ ਜੋ ਸਿਨੈਰੀਓ ਬਣਦਾ ਜਾ ਰਿਹਾ ਹੈ ਮਲੇਰਕੋਟਲੇ ਦੇ ਲੋਕਾਂ ਦਾ, ਕਿਹਨੂੰ ਵੋਟ ਪਾਉਣ ਦੀ ਉਮੀਦ ਹੈ, ਕੀ ਲੱਗਦਾ ਕਿੱਧਰ ਜਾਣਗੇ? ਸਰ ਜਿਹੜਾ ਅੱਜ ਦਾ ਸਿਨੈਰੀਓ ਹੈ, ਜੋ ਅੱਜ ਦੇ ਲੋਕਾਂ ਦੀ ਆਵਾਜ਼ ਹੈ, ਜੋ ਆਮ ਆਦਮੀ ਪਾਰਟੀ ਨੇ ਅੱਜ ਤੋਂ 3 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਇਲੈਕਸ਼ਨ ਕੰਪੇਨ ਕੀਤੀ ਸੀ, ਉਸ ਕੰਪੇਨ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਾਸੀਆਂ ਵਾਸਤੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਹਰਾ ਭਰਾ ਕਰਾਂਗੇ। ਪਰ ਮੇਰੇ ਹਿਸਾਬ ਨਾਲ ਹਰਾ ਭਰਾ ਕਰਨ ਦੀ ਵੀ ਉਹ ਲਾਲ ਰੰਗ ਕਰਤਾ ਪੰਜਾਬ ਦਾ। ਪੰਜਾਬ ਦੀ ਜਵਾਨੀ ਦਾ ਕੀ ਹਾਲ ਹੋ ਰਿਹਾ, ਹਰ ਜਗ੍ਹਾ ਕਤਲੇਆਮ ਹੋ ਰਿਹਾ ਹੈ। ਇਹ ਇਸ ਸਰਕਾਰ ਦੀ ਮੈਨੂੰ ਲੱਗਦਾ ਕਿ ਇਹ ਨਾਕਾਮੀ ਲੱਗਦੀ ਹੈ, ਜਿਸ ਕਰਕੇ ਲੋਕ ਇਸ ਟਾਈਮ ਸੰਗਰੂਰ ਜ਼ਿਲ੍ਹੇ ਤਾਂ ਖਾਸ ਕਰ ਇਹਨਾਂ ਤੋਂ ਨਾ ਖੁਸ਼ ਹੋਏ ਨੇ, ਕਿਉਂਕਿ ਕਿੰਨੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਰਨਾਮੇ ਹੋ ਚੁੱਕੇ ਨੇ ਜਿਸ ਤੋਂ ਆਮ ਆਦਮੀ ਪਾਰਟੀ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਹਨਾਂ ਨੇ 300 ਯੂਨਿਟ ਦਾ ਵਾਅਦਾ ਕੀਤਾ ਸੀ, ਉਹ ਹਜੇ ਤੱਕ ਨਾਕਾਮ ਹੈ। ਇਹਨਾਂ ਨੇ 1000 ਰੁਪਿਆ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਬੀਬੀਆਂ ਨੂੰ, ਉਹ ਹਜੇ ਤੱਕ ਨਾਕਾਮ ਹੈ। ਔਰ ਮੇਰੇ ਹਿਸਾਬ ਨਾਲ ਜਿੰਨੇ ਇਹਨਾਂ ਨੇ ਵਾਅਦੇ ਦਿੱਲੀ ਤੋਂ ਸਿੱਖ ਕੇ ਆ ਕੇ ਪੰਜਾਬ 'ਚ ਕੀਤੇ ਤੇ ਉਹ ਸਾਰੇ ਦਿੱਲੀ 'ਚ ਹੀ ਰਹਿ ਗਏ, ਪੰਜਾਬ 'ਚ ਕੋਈ ਵਾਅਦਾ ਆਇਆ ਹੀ ਨਹੀਂ ਹੈਗਾ ਇਹਨਾਂ ਦਾ। ਤੇ ਦੂਸਰੀ ਗੱਲ, ਪੰਜਾਬ ਦੇ ਵਿੱਚੋਂ ਇੱਕ ਐਸਾ ਜ਼ਿਲ੍ਹਾ ਸੰਗਰੂਰ ਹੈ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ 1999 ਤੋਂ 2000 ਦੇ ਵਿੱਚ ਜਿੱਤ ਕੇ ਆਏ ਸੀ ਤਾਂ ਉਹਨਾਂ ਨੂੰ ਵੈਸਟ ਐਮਪੀ ਦਾ ਅਵਾਰਡ ਦਿੱਤਾ ਗਿਆ ਸੀ। ਔਰ ਹੁਣ ਮੇਰੇ ਖਿਆਲ ਨਾਲ ਅੱਜ ਤੱਕ ਕਿਸੇ ਐਮਪੀ ਨੇ ਉਦੋਂ ਤੱਕ ਸਾਨੂੰ ਨਹੀਂ ਦੱਸਿਆ ਦੀ ਕਿ ਐਮਪੀ ਨੂੰ ਇੰਨੀ ਗ੍ਰਾਂਟ ਆਉਂਦੀ ਹੈ। ਜਿੰਨੀ ਗ੍ਰਾਂਟ ਉਹਨਾਂ ਦੇ ਵੱਲੋਂ ਆਈ ਹੈ ਐਮਪੀ ਨੂੰ, ਉਹ ਪੂਰੀ ਦੀ ਪੂਰੀ ਹਰ ਇੱਕ ਜਗ੍ਹਾ ਤੇ ਅੱਜ ਜ਼ਿਲ੍ਹਾ ਸੰਗਰੂਰ ਦੇ ਹਰ ਇੱਕ ਕੋਨੇ ਤੇ ਉਹਨਾਂ ਦੀ ਗ੍ਰਾਂਟਾਂ ਦੀ ਅੱਜ ਵੀ ਨਿਸ਼ਾਨੀਆਂ ਮਿਲਦੀਆਂ ਨੇ, ਚਾਹੇ ਉਹ ਹਿੰਦੂਆਂ ਦਾ ਹੋਵੇ, ਚਾਹੇ ਉਹ ਮੁਸਲਮਾਨ ਵੀਰਾਂ ਦਾ ਹੋਵੇ, ਚਾਹੇ ਸਿੱਖਾਂ ਦਾ ਹੋਵੇ, ਚਾਹੇ ਉਹ ਕਿਸੇ ਹੋਰ ਧਰਮ ਨਾਲ ਬਿਲੋਂਗ ਕਰਦਾ ਹੋਵੇ। ਉੱਥੇ ਬਾਕਾਇਦਾ ਮਾਨ ਸਾਹਿਬ ਦੀਆਂ ਤਖਤੀਆਂ ਲੱਗੀਆਂ ਨੇ। ਹੁਣ ਇਹ ਅਲੱਗ ਗੱਲ ਹੈ ਕਿ ਇਹ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੂੰ ਢਾਹ ਦਿੱਤੀਆਂ ਜਾਂ ਉਹਨਾਂ ਦੀ ਨਿਸ਼ਾਨੀਆਂ ਅੱਜ ਵੀ ਮੌਜੂਦ ਨੇ। ਸੋ ਲੋਕ ਇਸ ਚੀਜ਼ ਨੂੰ ਦੇਖਦੇ ਹੋਏ ਪਾਰਟੀਬਾਜ਼ੀ ਕੁਝ ਦੇਖ ਰਹੇ ਨੇ, ਕੁਝ ਲੋਕ ਇਹ ਚੀਜ਼ ਦੇਖ ਰਹੇ ਨੇ ਆਪਣੇ ਮੁਫਾਦ ਨੂੰ ਛੱਡ ਕੇ, ਪਰਸਨਲੀ ਰੰਜਿਸ਼ਾਂ ਛੱਡ ਕੇ ਇਸ ਵਾਰ ਮਾਨ ਸਾਹਿਬ ਨੂੰ ਲੈ ਕੇ ਉਹਨੂੰ ਫਿਰ ਰਹੇ ਨੇ, ਕਿਉਂਕਿ ਮਾਨ ਸਾਹਿਬ ਨੇ ਆਪਣੇ ਕਾਰਜਕਾਲ ਦੇ ਦੌਰਾਨ ਹਰ ਇੱਕ ਵਰਗ ਦਾ ਭਲਾ ਕੀਤਾ ਹੈ, ਚਾਹੇ ਉਹ ਹੈਲਥ ਸਿਸਟਮ ਹੋਵੇ, ਚਾਹੇ ਉਹ ਐਜੂਕੇਸ਼ਨ ਸਿਸਟਮ ਹੋਵੇ, ਚਾਹੇ ਉਹ ਕੋਈ ਵੀ ਸਿਸਟਮ ਹੋਵੇ। ਔਰ ਕੋਈ ਵੀ ਐਸਾ ਸਿਸਟਮ ਨਹੀਂ ਹੈਗਾ ਜਿੱਥੇ ਮਾਨ ਸਾਹਿਬ ਨੇ ਆਪਣੀ ਆਵਾਜ਼ ਨਾ ਚੱਕੀ ਹੋਵੇ। ਸਾਡੇ ਨਾਲ ਇੱਕ ਹੋਰ ਸਮਾਜ ਸੇਵੀ ਨੇ ਆਰਿਫ ਸਾਹਿਬ ਵੀ ਬੜਾ ਬੇਬਾਕੀ ਦੇ ਨਾਲ ਆਪਣੀ ਗੱਲਬਾਤ ਰੱਖਦੇ ਰਹਿੰਦੇ, ਹਰੇਕ ਮੁੱਦੇ ਦੇ ਉੱਪਰ ਆਪਾਂ ਗੱਲ ਕਰਾਂਗੇ ਆਰਿਫ ਸਾਹਿਬ ਨਾਲ। ਆਰਿਫ ਸਾਹਿਬ, ਜਿਸ ਤਰ੍ਹਾਂ ਹੁਣ ਦੂਸਰੇ ਬੰਦੇ ਦੇ ਨਾਲ ਮੇਰੀ ਗੱਲਬਾਤ ਹੋਈ ਹੈ ਕਿ ਮਾਨ ਸਾਹਿਬ ਦੇ ਹੱਕ ਦੇ ਵਿੱਚ ਇੱਕ ਵੇਵ ਜੋ ਹੈ ਮਲੇਰਕੋਟਲੇ ਦੇ ਵਿੱਚ ਬਣਦੀ ਜਾ ਰਹੀ ਹੈ। ਆਲਦੋ ਸੁਖਬੀਰ ਸਿੰਘ ਬਾਦਲ ਜਾਂ ਰਾਜਾ ਵੜਿੰਗ ਜੀ ਇੱਥੇ ਕੰਪੇਨਿੰਗ ਕਰ ਰਹੇ ਹਨ, ਲੇਕਿਨ ਫਿਰ ਵੀ ਜੋ ਮਲੇਰਕੋਟਲੇ ਦੇ ਲੋਕ ਹੈ ਉਹ ਕਨਵਿੰਸ ਨਹੀਂ ਹੋ ਰਹੇ ਉਹਨਾਂ ਪਾਰਟੀਆਂ ਵਾਸਤੇ। ਔਰ ਆਮ ਆਦਮੀ ਪਾਰਟੀ ਦਾ ਜੋ ਆਪਾਂ ਗੱਲ ਕਰੀਏ ਕਿ ਜੋ ਪਿਛਲੇ 2-3 ਮਹੀਨੇ ਦਾ ਕਾਰਜਕਾਲ ਹੈ ਉਹਦੇ ਤੋਂ ਲੈ ਕੇ ਕੀ ਐਸੀ ਡਿਸਸੈਟਿਸਫੈਕਸ਼ਨ ਹੋ ਗਈ ਨਾ ਪਾਰਟੀਆਂ ਤੋਂ ਕਿ ਲੋਕ ਮਾਨ ਸਾਹਿਬ ਕਿੰਨੀ ਜਾ ਰਹੇ ਹਨ ਜਾਂ ਮਾਨ ਸਾਹਿਬ ਦੇ ਬਾਰੇ ਸੋਚ ਰਹੇ ਹਨ, ਕੀ ਲੱਗਦਾ? ਸਭ ਤੋਂ ਪਹਿਲਾਂ ਅਸਲਾਮ ਵਾਲੇਕੁਮ। ਮਾਮੂਨ ਸਾਹਿਬ, ਇਲੈਕਸ਼ਨ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਦੇਖ ਲਏ, ਬਹੁਤ ਛੋਟੀ ਲਾਈਫ ਦੇ ਵਿੱਚ, ਔਰ ਬਹੁਤ ਸਾਰਾ ਤਜਰਬਾ ਵੀ ਦੇਖ ਲਿਆ ਕਿ ਇਲੈਕਸ਼ਨ ਕੀ ਚੀਜ਼ ਹੈ। ਇਲੈਕਸ਼ਨਾਂ ਦੇ ਵਿੱਚ ਪਹਿਲਾਂ ਇਹ ਸਾਰੇ ਲੋਕ ਜਿਹੜੇ ਹੁੰਦੇ ਨੇ ਅਲੱਗ-ਅਲੱਗ ਪਾਰਟੀਆਂ ਦੇ ਲੋਕਾਂ ਨੂੰ ਬੜੇ ਵਾਅਦੇ ਦੇ ਕੇ ਭਰਮਾਉਂਦੇ ਨੇ, ਔਰ ਉਹ
ਕੁਝ ਦਿਨ ਹੀ ਗੁਜ਼ਰਦੇ ਨੇ, ਮੈਂ ਮਹੀਨੇ ਦਾ ਕੀ ਕਹੂੰਗਾ ਕਿ ਰਿਜ਼ਲਟ ਤੋਂ ਕੁਝ ਮਹੀਨੇ ਹੀ ਜਾਂ ਕੁਝ ਦਿਨ ਹੀ ਗੁਜ਼ਰਦੇ ਨੇ, ਉਹ ਸਾਰੇ ਦੇ ਸਾਰੇ ਵਾਅਦਿਆਂ ਨੂੰ ਲੈ ਕੇ ਉਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਠੁੱਸ ਹੋ ਜਾਂਦੀਆਂ ਨੇ। 5 ਸਾਲ ਨਹੀਂ ਕਿ ਉਹ 5 ਸਾਲ ਕਦੋਂ ਪੂਰੇ ਹੋਣਗੇ, ਬਲਕਿ ਉਹ ਕੁਝ ਦਿਨਾਂ ਦੇ ਵਿੱਚ ਹੀ ਠੁੱਸ ਹੁੰਦੀਆਂ ਮੈंने ਪਿਛਲੇ ਸਾਲਾਂ ਤੋਂ ਦੇਖੀਆਂ ਨੇ। ਔਰ ਰਹੀ ਗੱਲ ਹੁਣ ਸੰਗਰੂਰ ਜਿਮਨੀ ਚੋਣ ਦੀ, ਜਿਹੜੀ ਸੰਗਰੂਰ ਜਿਮਨੀ ਚੋਣ ਇਸ ਟਾਈਮ 23 ਜੂਨ ਨੂੰ ਸਾਡੇ ਮਲੇਰਕੋਟਲੇ ਜਾਂ ਪੂਰੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਵੋਟਾਂ ਪੈਣੀਆਂ ਨੇ। ਇਸ ਦੇ ਲਈ ਸਿਰਫ ਇਹ ਕਹਿ ਸਕਦੇ ਹਾਂ ਕਿ ਚਲੋ ਜਿੰਨੇ ਵੀ ਸਾਡੇ ਵਾਅਦੇ ਅਲੱਗ-ਅਲੱਗ ਪਾਰਟੀਆਂ ਦੇ ਜਾਂ ਅਲੱਗ-ਅਲੱਗ ਪਾਰਟੀਆਂ ਨੂੰ ਜਿੰਨੀਆਂ ਨੂੰ ਸਾਡੇ ਦੇਖ ਚੁੱਕੇ ਹਾਂ ਅਸੀਂ, ਤਾਂ ਹੁਣ ਜਿਹੜੀ ਇਹ ਇਲੈਕਸ਼ਨ ਹੈ ਇਹਦੇ ਵਿੱਚ ਸਿਰਫ ਇੱਕ ਗੱਲ ਹੈ ਕਿ ਹੱਕ ਔਰ ਸੱਚ ਦੀ ਗੱਲ। ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਹੈ। ਕਿਉਂਕਿ ਅਗਰ ਸਾਡੇ ਉੱਪਰ ਸਾਨੂੰ ਕੋਈ ਵਾਅਦੇ ਹੈ, ਕੋਈ ਸਾਨੂੰ ਸਿਲੰਡਰ ਦੇਣ ਨੂੰ ਕਹਿ ਰਿਹਾ ਹੈ, ਕੋਈ ਸਾਨੂੰ ਫ੍ਰੀ ਕੁਝ ਹੋਰ ਦੇਣ ਨੂੰ ਕਹਿ ਰਿਹਾ ਹੈ, ਸਭ ਤੋਂ ਬੜੀ ਚੀਜ਼ ਹੈ ਮਾਮੂਨ ਸਾਹਿਬ, ਜਦ ਤੱਕ ਤੁਸੀਂ ਸੇਫ ਨਹੀਂ ਹੈਗੇ ਤਾਂ ਤੁਸੀਂ ਉਹ ਚੀਜ਼ਾਂ ਵੀ ਕੀ ਕਰੋਗੇ। ਤੁਹਾਡਾ ਸੇਫ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਔਰ ਉਹ ਸਾਡੇ ਸੇਫ ਹੋਣ ਦੇ ਲਈ ਅਸੀਂ ਕੀ ਕਰਨਾ ਚਾਹੁੰਦੇ ਆ, ਜਾਂ ਉਹ ਸਾਡੇ ਲੀਡਰ ਨੇ ਜਿਹੜੇ ਸਾਡੇ ਸੇਫ ਦੇ ਲਈ ਕੀ ਕਰ ਰਹੇ ਨੇ। ਕੋਈ ਮੈਨੂੰ ਐਸਾ ਇੱਕ ਲੀਡਰ ਪੰਜਾਬ ਦੇ ਵਿੱਚ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਾਂ ਇਸ ਸਰਕਾਰਾਂ ਦੇ ਵਿੱਚ ਹੁਣ ਤੱਕ ਨਹੀਂ ਲੱਭਿਆ ਕਿ ਜਿਹੜਾ ਸਾਡੀ ਸੇਫਟੀ ਦੀ ਗੱਲ ਕਰੇ। ਉਹ ਸਾਡੀ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਦ ਤੱਕ ਸਾਡੀ ਸੇਫਟੀ ਨਹੀਂ ਹੈ ਤਾਂ ਅਸੀਂ ਉਹ ਖਾਣੇ ਵੀ ਸਾਡੇ ਘਰ ਦੇ ਵਿੱਚ ਪਿਆ ਹੋਇਆ ਅਸੀਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਸਾਡੀ ਜ਼ਰੂਰੀ ਹੈ ਸੇਫਟੀ। ਉਹ ਸੇਫਟੀ ਦੀ ਜਿਹੜੀ ਉੱਪਰ ਸਾਡੀ ਗੱਲ ਹੋ ਰਹੀ ਹੈ, ਉਹ ਹੱਕ ਸੱਚ ਦਾ ਜਿਹੜਾ ਇਨਸਾਨ ਹੋਊਗਾ ਉਹ ਉਹੀ ਕਰ ਸਕਦਾ ਹੈ। ਜਿਹਦੇ ਇਹ ਹੈਗਾ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਚਲਿਆ ਗਿਆ, ਉਹ ਪਾਰਟੀ ਨੇ ਜੋ ਉਹਨੂੰ ਆਰਡਰ ਦੇਣਾ ਸਿਰਫ ਉਹ ਕਰਦਾ ਹੈ। ਜਿਹੜਾ ਪਾਰਟੀਆਂ ਤੋਂ ਬਾਹਰ ਹੁੰਦਾ ਹੈ, ਜਿਹਨੂੰ ਕਿਸੇ ਪਾਰਟੀ ਨਾਲ ਕੋਈ ਲਗਾਓ ਨਹੀਂ, ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਦਿੱਲੀ ਤੋਂ ਚੱਲਦੀਆਂ ਨੇ। ਉਹ ਸਿਰਫ ਹੱਕ ਸੱਚ ਦੀ ਗੱਲ ਪੰਜਾਬ ਦੇ ਲਈ ਸਿਰਫ ਉਹੀ ਕਰ ਸਕਦਾ ਹੈ ਕਿ ਜਿਹੜਾ ਪੰਜਾਬ ਤੋਂ ਹੋਊਗਾ ਔਰ ਪੰਜਾਬ ਦੇ ਲਈ ਲੋਕਾਂ ਦੇ ਲਈ ਲੜਨ ਮਰਵਾਰਾ ਹੋਊਗਾ। ਔਰ ਅਸੀਂ ਮੈਂ ਜਦੋਂ ਪਿਛਲੇ ਹਿਸਟਰੀ ਚੱਕ ਕੇ ਦੇਖੀ ਹੈ ਕਿ ਜਿਹੜਾ ਇੱਕ ਖਾਸ ਇਨਸਾਨ ਹੁਣ ਸਾਡੇ ਸੰਗਰੂਰ ਜਿਮਨੀ ਚੋਣ ਦੇ ਵਿੱਚ ਇਲੈਕਸ਼ਨ ਲੜ ਰਿਹਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ। ਤੁਸੀਂ ਦੇਖਿਆ ਕਿ ਪਹਿਲਾਂ ਅਸੈਂਬਲੀ ਚੋਣਾਂ ਦੇ ਵਿੱਚ ਉਹ ਅਮਰਗੜ੍ਹ ਦੇ ਵਿੱਚ ਇਲੈਕਸ਼ਨ ਲੜੇ ਤੇ, ਔਰ ਮਲੇਰਕੋਟਲੇ ਦੇ ਵਿੱਚ ਹੁੰਦੇ ਹੋਏ ਅਸੀਂ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ। ਔਰ ਜਾ ਕੇ ਅਸੀਂ ਇਨਸ਼ਾਅੱਲਾ ਅਮਰਗੜ੍ਹ ਦੀਆਂ ਸਟੇਜਾਂ ਦੇ ਉੱਪਰ ਵੀ ਜਾ ਕੇ ਮੁਸਲਮਾਨਾਂ ਨੂੰ ਉੱਥੇ ਜਾ ਕੇ ਅਪੀਲ ਕੀਤੀ ਹੈ। ਔਰ ਹੁਣ ਅਸੀਂ ਮਲੇਰਕੋਟਲਾ ਦੇ ਵਿੱਚ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਹੱਕ ਔਰ ਹਾਂ ਦਾ ਨਾਰਾ ਮਾਰਿਆ ਹੈ। ਇਨਸ਼ਾਅੱਲਾ ਮੇਰੇ ਪੇਜ ਦੇ ਉੱਪਰ ਸਾਡੀ ਪੂਰੀ ਟੀਮ ਦੇ ਵੱਲੋਂ ਹਾਂ ਦਾ ਨਾਰਾ ਮਾਰਿਆ ਗਿਆ, ਕਿਉਂਕਿ ਅਸੀਂ ਸਿਰਫ ਹੱਕ ਔਰ ਸੱਚ ਦੇਖਦੇ ਹਾਂ, ਨਾ ਕਿ ਅਸੀਂ ਕਿਸੇ ਨਾ ਕਿਸੇ ਪਾਰਟੀ ਨੂੰ ਦੇਖਦੇ ਹਾਂ। ਸਾਨੂੰ ਪਾਰਟੀਆਂ ਨਾਲ ਨਾ ਤਾਂ ਅਸੀਂ ਕਿਸੇ ਪਾਰਟੀ ਨਾਲ ਜੋੜੇ ਹਾਂ, ਨਾ ਇਨਸ਼ਾਅੱਲਾ ਆਇੰਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਅਸੀਂ ਕਿਸੇ ਪਾਰਟੀ ਨਾਲ ਜੁੜਾਂਗੇ। ਹਾਂ, ਉਹ ਕੋਈ ਵੀ ਪਾਰਟੀ ਹੋਵੇ, ਕੋਈ ਵੀ ਇਨਸਾਨ ਹੋਵੇ ਜਿਹੜਾ ਹੱਕ ਔਰ ਸੱਚ ਦੀ ਗੱਲ ਕਰੂਗਾ, ਸਾਡੀ ਸੇਫਟੀ ਦੀ ਗੱਲ ਕਰੂਗਾ, ਸਾਨੂੰ ਸੇਫ ਰੱਖਣ ਦੀ ਗੱਲ ਕਰੂਗਾ, ਅਸੀਂ ਉਹਦੇ ਨਾਲ ਹਮੇਸ਼ਾ ਮੋਢਾ ਲਾ ਕੇ ਖੜੇ ਹਾਂ। ਔਰ ਅੱਜ ਅਸੀਂ ਇਨਸ਼ਾਅੱਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੋਢਾ ਲਾ ਕੇ ਖੜੇ ਹਾਂ। ਜਿੱਥੇ ਉਹ ਸਾਨੂੰ ਕਹਿਣਗੇ ਅਸੀਂ ਇਨਸ਼ਾਅੱਲਾ ਉੱਥੇ ਡਿਊਟੀ ਆਪਣੀ ਨਿਭਾਵਾਂਗੇ ਜੀ। ਇਹ ਜੋ ਮਤਲਬ ਨੌਜਵਾਨ ਨੇ ਇਹ ਆਪਣੀ ਫੀਲਿੰਗਸ ਦੱਸ ਰਹੇ ਹਨ ਕਿ ਇਹਨਾਂ ਦੀ ਕੀ ਫੀਲਿੰਗਸ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ, ਜੋ ਬੜੇ ਪੋਜ਼ਿਟਿਵ ਦਿਖ ਰਹੇ ਹਨ ਔਰ ਇਹ ਉਮੀਦ ਕਰ ਰਹੇ ਹਨ ਕਿ ਮਲੇਰਕੋਟਲੇ ਦਾ ਮੁਸਲਮਾਨ ਜਾਂ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਜੋ ਮੁਸਲਮਾਨ ਵੱਸਦਾ ਹੈ ਉਹ ਆਪਣੀ ਸੇਫਟੀ ਦੇ ਲਈ, ਸਿਕਿਉਰਿਟੀ ਦੇ ਲਈ ਜੋ ਫ੍ਰੀ ਦੇ ਮਤਲਬ ਇੱਕ ਵਾਅਦੇ ਕੀਤੇ ਗਏ ਦੂਸਰੀਆਂ ਪਾਰਟੀਆਂ ਦੁਆਰਾ, ਉਹਨਾਂ ਨੂੰ ਛੱਡ ਕੇ ਤਾਂ ਉਹ ਕਨਵਰਟ ਹੋਏਗਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੇ ਵੋਟ ਕਰੇਗਾ। ਹੁਣ ਕੁਝ ਕੁਐਸਚਨਸ ਨੂੰ ਆਪਾਂ ਉਹ ਵੀ ਲੈ ਲੈਂਦੇ ਹਾਂ ਇਹਨਾਂ ਤੋਂ। ਸਰ ਮੈਨੂੰ ਇੱਕ ਗੱਲ ਦੱਸੋ, ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਕਿਉਂ? ਆਪਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਪ੍ਰੈਜ਼ੈਂਟ ਗਵਰਨਮੈਂਟ ਹੈ। ਅਗਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਦਾ ਹੈ ਤਾਂ ਹੋ ਸਕਦਾ ਕਿ ਉਹ ਜ਼ਿਆਦਾ ਕੁਝ ਕੰਮ ਕਰ ਸਕੇ, ਕਿਉਂਕਿ ਐਮਐਲਏ ਵੀ ਆਮ ਆਦਮੀ ਪਾਰਟੀ ਦਾ ਹੈ, ਐਮਪੀ ਵੀ ਆਮ ਆਦਮੀ ਪਾਰਟੀ ਦਾ ਹੋਊਗਾ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ। ਕੀ ਲੱਗਦਾ ਤੁਹਾਨੂੰ? ਮਾਮੂਨ ਸਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਹੈ ਤੇ ਐਮਐਲਏ ਵੀ ਆਮ ਆਦਮੀ ਪਾਰਟੀ ਦਾ, ਤਾਂ ਐਮਪੀ ਵੀ ਅਗਰ ਆਮ ਆਦਮੀ ਪਾਰਟੀ ਦਾ ਜਾਂਦਾ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਮਾਮੂਨ ਸਾਹਿਬ, ਜਦ ਇਹ ਹੁਣ ਦਿੱਲੀ ਤੋਂ ਚੱਲ ਕੇ ਹੁਣ ਪੰਜਾਬ ਦੀ ਕੋਈ ਗੱਲ ਨਹੀਂ ਕਰ ਰਹੇ, ਪੰਜਾਬ ਦੇ ਪਾਣੀ ਦੀ ਗੱਲ ਨਹੀਂ ਕਰਦੇ, ਪੰਜਾਬ ਦੀ ਯੂਨੀਵਰਸਿਟੀ ਦੀ ਗੱਲ ਨਹੀਂ ਕਰ ਰਹੇ, ਚੰਡੀਗੜ੍ਹ ਜਾਣ ਦੀ ਗੱਲ ਨਹੀਂ ਕਰ ਰਹੇ, ਤੇ ਅੱਗੇ ਸਾਡੀ ਸੇਫਟੀਆਂ ਦੀ ਕੀ ਗੱਲ ਕਰਨਗੇ? ਹਾਲੇ ਰੀਸੈਂਟਲੀ ਇੱਕ ਹਜ਼ੂਰੇ ਪਾਕ ਸੱਲੱਲਾਹੁ ਅਲੈਹਿ ਵਸੱਲਮ ਬਾਰੇ ਐਡੀ ਬੜੀ ਮੰਦਭਾਗੀ ਗੱਲ ਬੋਲੀ ਗਈ ਹੈ, ਉਹਦੇ ਵਾਸਤੇ ਸਾਡੇ ਮਾਲੇਰਕੋਟਲਾ ਦੇ ਮੌਜੂਦਾ ਐਮਐਲਏ ਨੇ ਆਵਾਜ਼ ਨਹੀਂ ਚੱਕੀ ਜਿਹੜਾ ਮੁਸਲਿਮ ਸੀਗਾ, ਤੇ ਬਾਕੀ ਕੀ ਕਰਨਗੇ ਸਾਡੇ ਵਾਸਤੇ? ਇਹ ਤੇ ਇੱਕੋ ਇੱਕ ਇਨਸਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਹਜੇ 3 ਦਿਨ ਪਹਿਲਾਂ ਰੀਸੈਂਟਲੀ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਗਏ ਨੇ ਇਸ ਚੀਜ਼ ਨੂੰ ਲੈ ਕੇ ਕਿ ਮੁਸਲਮਾਨਾਂ ਨਾਲ ਜੋ ਘਾਣ ਹੋ ਰਿਹਾ ਉਹ ਬੰਦ ਕੀਤਾ ਜਾਵੇ, ਤੇ ਫਿਰ ਅਸੀਂ ਕਿਉਂ ਨਾ ਮਾਨ ਸਾਹਿਬ ਨੂੰ ਚੂਜ਼ ਕਰੀਏ? ਕੱਲ ਆਰਿਫ ਸਾਹਿਬ ਹੈ, ਮੈਂ ਆਰਿਫ ਸਾਹਿਬ ਕੋਲ ਇੱਕ ਵਾਰ ਫੇਰ ਜਾਊਂਗਾ। ਆਰਿਫ ਸਾਹਿਬ ਮੈਨੂੰ ਗੱਲ ਦੱਸੋ ਕਿ ਜਿਸ ਤਰ੍ਹਾਂ ਬਾਰ-ਬਾਰ ਇੱਕੋ ਹੀ ਗੱਲ ਨਿਕਲ ਕੇ ਆਉਂਦੀ ਹੈ ਸਾਹਮਣੇ ਕਿ ਜੀ ਸਿਮਰਨਜੀਤ ਸਿੰਘ ਮਾਨ ਘੱਟ ਗਿਣਤੀਆਂ ਦੀ ਗੱਲ ਕਰਦੇ ਨੇ, ਮੁਸਲਮਾਨਾਂ ਦੀ ਗੱਲ ਕਰਦੇ ਨੇ। ਮੁਸਲਮਾਨ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਨੇ, ਮੁਸਲਮਾਨ ਕਾਂਗਰਸ ਦੇ ਵਿੱਚ ਵੀ ਨੇ, ਔਰ ਇੱਕ ਬੜੀ ਮਤਲਬ ਮੈਨੂੰ ਕਹਿੰਦੇ ਕੋਈ ਹਿੱਚ ਨਹੀਂ ਹੈ ਕਿ ਮਲੇਰਕੋਟਲੇ ਦਾ ਜੋ ਐਕਸ ਐਮਐਲਏ ਸੀ ਉਹ ਵੀ ਮੁਸਲਮਾਨ ਸੀਗੀ, ਉਸ ਤੋਂ ਪਹਿਲਾਂ ਐਮਐਲਏ ਸੀਗਾ ਉਹ ਵੀ ਮੁਸਲਮਾਨ ਸੀਗਾ। ਹਰੇਕ ਪਾਰਟੀ 'ਚ ਮੁਸਲਮਾਨਾਂ ਦਾ ਨੇਤਾ ਬੈਠਾ ਹੈ, ਤਾਂ ਸਿਮਰਨਜੀਤ ਸਿੰਘ ਮਾਨ ਹੀ ਕਿਉਂ? ਇਹੀ ਪਾਰਟੀ ਕਿਉਂ? ਕਾਂਗਰਸ ਕਿਉਂ ਨਹੀਂ? ਆਮ ਆਦਮੀ ਪਾਰਟੀ ਕਿਉਂ ਨਹੀਂ? ਅਕਾਲੀ ਦਲ ਕਿਉਂ ਨਹੀਂ? ਤੇ ਹੋਰ ਕੋਈ ਪਾਰਟੀ ਕਿਉਂ ਨਹੀਂ?
ਅੱਜ ਖਾਸ ਕਰਕੇ ਪੂਰੇ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਪਰ ਹਮਲੇ ਹੋ ਰਹੇ ਨੇ। ਖਾਸ ਕਰਕੇ ਪਿਛਲੇ 7-8 ਸਾਲਾਂ ਤੋਂ ਜਦੋਂ ਦੀ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆਈ ਹੈ, ਉਸ ਤੋਂ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਉਹ ਲੁਕ ਛਿਪ ਕੇ ਹੁੰਦੇ ਰਹੇ, ਪਰ ਹੁਣ ਸ਼ਰੇਆਮ ਹੁੰਦੇ ਨੇ। ਮੈਨੂੰ ਇਹ ਦਿਖਾਓ ਕਿ ਪਿਛਲੇ 7-8 ਸਾਲਾਂ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚ ਉਹ ਮੁਸਲਮਾਨ ਬੈਠਾ ਏ। ਉਹ ਹੁਣ ਵੀ ਮੈਂ ਪਿਛਲੇ ਵੀ ਕਈ ਐਸੇ ਡਿਬੇਟ ਦੇ ਵਿੱਚ ਮੈਂ ਕਹਿ ਚੁੱਕਿਆ ਹੈ ਕਿ ਮਾਮੂਨ ਸਾਹਿਬ ਪਹਿਲਾਂ ਤਾਂ ਮੁਸਲਮਾਨਾਂ ਨੂੰ ਇਹ ਨਹੀਂ ਪਤਾ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਮੁਸਲਮਾਨ ਐਮਪੀ ਨੇ ਕਿੰਨੇ ਨੇ। ਜਦ ਤੱਕ ਸਾਨੂੰ ਇਹ ਨਹੀਂ ਪਤਾ ਹੈਗਾ, ਅਸੀਂ ਤਾਂ ਇਹ ਸੋਚਦੇ ਰਹਿੰਦੇ ਹਾਂ ਕਿ ਯਾਰ ਪਾਰਲੀਮੈਂਟ ਦੇ ਵਿੱਚ ਇੱਕ ਸ਼ਖਸ ਦਿੰਦਾ ਹੈ ਮੁਸਲਮਾਨਾਂ ਦੇ ਹੱਕ ਦੇ ਵਿੱਚ ਬੋਲਣ ਵਾਲਾ, ਉਹ ਜਿਹੜੇ 21 ਹੋਰ ਨੇ ਪਤਾ ਹੈ ਮੁਸਲਮਾਨਾਂ ਨੂੰ ਕਿ 22 ਐਮਪੀ ਨੇ ਮੁਸਲਮਾਨਾਂ ਦੇ, ਅਲੱਗ-ਅਲੱਗ ਪਾਰਟੀਆਂ ਤੋਂ ਜਿੱਤ ਕੇ ਗਏ ਹੋਏ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਨੇ। ਕਿਸੇ ਦੀ ਆਵਾਜ਼ ਨਹੀਂ ਨਿਕਲਦੀ। ਉਹ ਕਿਉਂ ਨਹੀਂ ਨਿਕਲਦੀ ਸਰ? ਅਸੀਂ ਪਿਛਲੇ ਮਲੇਰਕੋਟਲੇ ਦੇ ਵਿੱਚ ਵੀ ਤਾਂ ਦੇਖੋ ਨਾ, ਜਿਹੜਾ ਪਿਛਲੇ ਵੀ ਹਰ ਵਾਰ ਉਰੇ ਮੁਸਲਮਾਨ ਹੀ ਜਿੱਤਦਾ ਹੈ। ਉਹਨਾਂ ਦੇ ਵਿੱਚੋਂ ਕਿਹੜਾ ਉਹਨਾਂ ਦਾ ਇੱਕ ਵੀ ਸ਼ਬਦ ਮੈਨੂੰ ਦਿਖਾ ਦਿਓ ਕਿ ਘੱਟ ਗਿਣਤੀਆਂ ਦੇ ਉੱਪਰ ਜਦੋਂ ਹਮਲੇ ਹੋਏ ਨੇ ਉਹਨਾਂ ਨੇ ਕੋਈ ਇੱਕ ਉਹਨਾਂ ਨੇ ਨਿਊਜ਼ ਦੇ ਵਿੱਚ ਆਪਣੀ ਖਬਰ ਦੇ ਦਿੱਤੀ ਹੋਵੇ ਜਾਂ ਕਿਸੇ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਕਹਿਤਾ ਹੋਵੇ ਮੁਸਲਮਾਨਾਂ ਦੇ ਉੱਪਰ ਇਹ ਹੋਇਆ। ਹੁਣ ਵੀ ਜਿਹੜੇ ਮੌਜੂਦਾ ਨੇ ਉਹਨਾਂ ਤੋਂ ਵੀ ਕੀ ਤਵੱਕੋ ਰੱਖ ਸਕਦੇ ਹਾਂ ਕਿ ਜਦ ਕਿ ਉਹਨਾਂ ਦੇ ਸਾਹਮਣੇ ਵੀ 2-3 ਵਾਕਿਆ ਹੋ ਚੁੱਕੇ ਨੇ। ਇਸ ਨਾਲੋਂ ज़्यादा बड़ा तो होने कि चलो मुसलमानों के ऊपर हमले हो गए चलो ये छोटी गल हो गई यार। आप सल्लल्लाहु अलैहि वसल्लम तो ज़्यादा बड़ा तो कोई नहीं है दुनिया के विच, उन्होंने ज़्यादा शख्सियत तो ज़्यादा कोई बड़ी शख्सियत नहीं। उन्होंने उपर जो एडा बड़ा गंभीर इल्ज़ाम बीजेपी की सरकार के बैठी हुई नूरपुर शर्मा और नवीन जिंदल जैसे उन्होंने उपर किचड़ उछाल रहे हैं अल्लाह के नबी की शख्सियत के उपर, जो उन्होंने खिलाफ एक शब्द नहीं उन्होंने जुबान के विचों निकल सकिया तो फिर की उम्मीद करते हो? ਕੀ ਉਮੀਦ ਕਰਦੇ ਹੋ? ਜਦ ਅਸੀਂ ਅੱਜ ਗੈਰਾਂ ਦੇ ਕੋਲ ਜਾ ਰਹੇ ਹਾਂ, ਅਸੀਂ ਅੱਜ ਸਿਮਰਨਜੀਤ ਸਿੰਘ ਮਾਨ ਦੇ ਉਹਨੂੰ ਵੋਟ ਪਾਉਣ ਦੇ ਲਈ ਕਹਿ ਰਹੇ ਹਾਂ, ਇਹਦਾ ਮਤਲਬ ਹੈ ਤੁਸੀਂ ਇਹ ਸਮਝੋ ਕਿ ਜਿਹੜੇ ਸਾਡੇ ਜਿਤਾ ਕੇ ਭੇਜੇ ਹੋਏ ਨੇ ਉਹ ਸਾਡੀ ਗੱਲ ਨਹੀਂ ਕਰ ਰਹੇ, ਤਾਂ ਅਸੀਂ ਦੂਸਰਿਆਂ ਦੀ ਤਰਫ ਜਾ ਰਹੇ ਹਾਂ ਅੱਜ। ਨਹੀਂ ਤਾਂ ਸਾਨੂੰ ਦੂਸਰੀ ਤਰਫ ਜਾਣ ਦੀ ਲੋੜ ਹੀ ਨਾ ਪੈਂਦੀ ਅਗਰ ਸਾਡੇ ਲਈ ਆਵਾਜ਼ ਉਠਾਉਂਦੇ। ਉਹ ਅਸਦੁਦੀਨ ਅਵੈਸੀ ਹੈਦਰਾਬਾਦ ਦੇ ਵਿੱਚ ਬੈਠਾ ਹੈ, ਉੱਥੇ ਬੈਠਾ ਹੋਇਆ ਪੂਰੀ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਗੱਲ ਕਰਦਾ ਹੈ ਕਿ ਜਿਹੜੇ ਬਾਕੀ ਮੁਸਲਮਾਨ ਨੇ ਉਹਨਾਂ ਨੂੰ ਦਿਖਦਾ ਨਹੀਂ ਹੈਗਾ। ਯੂਪੀ ਦੇ ਵਿੱਚ 36 ਮੁਸਲਮਾਨ ਜਿਹੜੇ ਜਿੱਤੇ ਹੋਏ ਨੇ, ਜਿਹੜੇ ਉਹਦੇ ਸਭਾ ਤੋਂ ਜਿੱਤੇ ਨੇ ਸਾਈਕਲ ਵਾਲੀ ਪਾਰਟੀ ਤੋਂ, ਕਿਆ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਕਿ ਯੂਪੀ ਦੇ ਵਿੱਚ ਕਿੰਨਾ ਮੁਸਲਮਾਨਾਂ ਦੇ ਨਾਲ ਬੁਰਾ ਹਾਲ ਹੋ ਰਿਹਾ? ਇੱਕ ਵੀ ਐਮਐਲਏ ਨਹੀਂ ਬੋਲ ਰਿਹਾ। ਕਿਉਂ ਨਹੀਂ ਬੋਲ ਰਿਹਾ? ਕਿਉਂਕਿ ਪਾਰਟੀ ਬੋਲਣ ਨਹੀਂ ਦਿੰਦੀ, ਪਾਰਟੀਆਂ ਨੇ ਮੂੰਹ ਬੰਦ ਕਰਾਏ ਹੋਏ ਨੇ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਹੱਕ ਸੱਚ ਦੀ ਗੱਲ ਕਰਨ ਵਾਲਾ ਹੈ, ਵੋਟ ਸਿਰਫ ਉਹਨੂੰ ਹੋਣੀ ਚਾਹੀਦੀ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡੀ ਸੇਫਟੀ ਦੀ ਗੱਲ ਕਰਦਾ ਹੈ। ਮੁਸਲਿਮ ਨੌਜਵਾਨ ਤੁਸੀਂ ਦੇਖਿਆ ਕਿ ਜੋ ਇਸ ਟਾਈਮ ਖੜੇ ਆ ਸਾਡੇ ਨਾਲ, ਇਹਨਾਂ ਨੇ ਗੱਲਬਾਤ ਕੀਤੀ ਹੈ ਔਰ ਜੋ ਐਕਸਪੈਕਟੇਸ਼ਨ ਰੱਖਦੇ ਨੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਰੱਖਦੇ ਨੇ। ਇੱਥੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਮੌਜੂਦਾ ਇਸ ਸ਼ਹਿਰ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਹੋਵੇ ਤੇ ਲੋਕ ਜੋ ਹੈ ਇੱਕ ਓਪੀਨੀਅਨ ਬਣਾ ਕੇ ਬੈਠੇ ਹੋਣ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪੋਲ ਕਰਾਂਗੇ। ਇਹ ਮਤਲਬ ਇੱਕ ਸੋਚਣ ਵਾਲਾ ਵਿਸ਼ਾ ਹੈ ਕਿ 2 ਜਾਂ 3 ਮਹੀਨੇ ਦੇ ਵਿੱਚ ਐਸਾ ਕੀ ਹੋਇਆ ਕਿ ਆਮ ਆਦਮੀ ਪਾਰਟੀ ਤੋਂ ਜਿਹੜਾ ਮੋਹ ਭੰਗ ਹੋ ਗਿਆ ਪੰਜਾਬ ਦੇ ਲੋਕਾਂ ਦਾ। ਖਾਸ ਤੌਰ 'ਤੇ ਅਗਰ ਆਪਾਂ ਗੱਲ ਕਰੀਏ ਮਲੇਰਕੋਟਲੇ ਦੇ ਮੁਸਲਮਾਨਾਂ ਦੀ, ਜੋ ਮਤਲਬ ਜਿਨ੍ਹਾਂ ਨੇ ਬੜੇ ਹੁਮ-ਹੁਮਾ ਕੇ ਆਮ ਆਦਮੀ ਪਾਰਟੀ ਦਾ ਐਮਐਲਏ ਲੈ ਕੇ ਆਂਦਾ, ਆਮ ਆਦਮੀ ਪਾਰਟੀ ਨੂੰ ਜਿਤਾਇਆ, ਅੱਜ ਐਸਾ ਕੀ ਹੋਇਆ ਕਿ 3 ਮਹੀਨਿਆਂ ਤੋਂ ਬਾਅਦ ਹੀ ਇਹ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਕਰਕੇ ਦੂਸਰੇ ਪਾਸੇ ਨੂੰ ਕਨਵਰਟ ਹੋ ਰਹੇ ਹਨ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਜਿੱਤੇਗਾ, ਪਰ ਇਹ ਜੋ ਨੌਜਵਾਨ ਮੇਰੇ ਨਾਲ ਖੜੇ ਨੇ ਇਹਨਾਂ ਦਾ ਇੱਕ ਜੋ ਮੰਨਣਾ ਇਹ ਮੰਨਣਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ।